ਮੈਂ ਕਦੀ ਸੋਚਿਆ ਨਹੀਂ ਸੀ ਕਿ ਸਿਰਫ 21 ਘੰਟੇ ਦੇ ਟ੍ਰਾਂਜ਼ਿਟ ਸਟੇ ਦੇ ਵਿੱਚ ਕਿਸੇ ਅਜਨਬੀ ਮੁਲਕ ਦੇ ਵਿੱਚ ਅਜਨਬੀ ਬੰਦੇ ਦੇ ਨਾਲ ਮੈਂ ਇੰਨਾ ਅੱਛਾ ਵਕਤ ਗੁਜ਼ਾਰਾਂਗਾ ਕਿ ਮੇਰੀ ਜ਼ਿੰਦਗੀ ਦੇ ਖੂਬਸੂਰਤ ਸਫ਼ਰਾਂ ਦੇ ਵਿੱਚੋਂ ਇੱਕ ਸਫ਼ਰ ਬਣ ਜਾਏਗਾ। ਮੈਂ ਗੱਲ ਕਰ ਰਿਹਾ ਇਸ ਰਿਕਸ਼ਾ ਡਰਾਈਵਰ ਦੀ। ਇਹ ਸ੍ਰੀਲੰਕਨ ਨੇ ਰਿਕਸ਼ਾ ਡਰਾਈਵਰ ਏ, ਇਹਦਾ ਨਾਂ ਹੈ ਲਲਿਤ। ਇਹ ਸਾਰੀ ਕਹਾਣੀ ਇਹਦੇ ਇਰਦ ਗਿਰਦ ਹੀ ਘੁੰਮਦੀ ਏ ਕਿਉਂਕਿ ਇਹਨੇ ਮੈਨੂੰ ਸਾਰਾ ਸ੍ਰੀਲੰਕਾ ਘੁਮਾਇਆ ਹੈ। ਮੈਂ ਜਦੋਂ ਏਅਰਪੋਰਟ ਤੋਂ ਬਾਹਰ ਨਿਕਲਿਆ ਤੇ ਕਾਫੀ ਰਿਕਸ਼ਾ ਡਰਾਈਵਰ ਜਿਹੜਾ ਨਾ ਉਹ ਮੇਰੇ ਕੋਲ ਆ ਕੇ ਸ਼ੋਰ ਕਰਨ ਲੱਗ ਪਏ ਕਿ ਆਓ ਤੁਹਾਨੂੰ ਲੈ ਚਲੀਏ, ਕਿੱਥੇ ਕਿਹੜੇ ਪਾਸੇ ਜਾਣਾ ਤੁਸੀਂ। ਇਹ ਲਲਿਤ ਜਿਹੜਾ ਹੈ ਚੁੱਪ ਕਰਕੇ ਆਪਣੇ ਰਿਕਸ਼ੇ ਦੇ ਵਿੱਚ ਬੈਠਿਆ ਸੀ ਤੇ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹਨੂੰ ਵਿਚਾਰੇ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਨਾ, ਤਾਂ ਵਾਸਤੇ ਬੈਠਿਆ ਸੀ। ਦੂਜੇ ਡਰਾਈਵਰ ਜਿਹੜੇ ਨੇ ਉਹ ਮਾੜੀ ਮਾੜੀ ਅੰਗਰੇਜ਼ੀ ਬੋਲਦੇ ਸਨ ਤੇ ਇਹ ਸਿਰਫ ਨਾ ਯੂ ਗੋ ਕਮ ਅਪ ਡਾਊਨ ਬਸ ਇੰਝ ਦੀ ਅੰਗਰੇਜ਼ੀ ਬੋਲਦਾ ਸੀ। ਤੇ ਮੈਨੂੰ ਲੱਗਾ ਕਿ ਇਹ ਰਿਕਸ਼ਾ ਡਰਾਈਵਰ ਠੀਕ ਹੈ। ਮੈਂ ਇਹਨੂੰ ਨਾ ਹੋਟਲ ਦਾ ਨਾਂ ਦੱਸਿਆ ਤੇ ਇਹਨੂੰ ਸਮਝ ਨਹੀਂ ਆਈ। ਫਿਰ ਮੈਂ ਹੋਟਲ ਨੂੰ ਕਾਲ ਕੀਤੀ ਤੇ ਇਹਦਾ ਗੱਲ ਕਰਾਈ। ਇਹਨੂੰ ਪਤਾ ਲੱਗ ਗਿਆ ਕਿ ਕਿੱਥੇ ਵੇ ਨਾ। ਇਹ ਕਹਿੰਦਾ ਮੈਂ ਤੁਹਾਨੂੰ ਲੈ ਜਾਵਾਂਗਾ। ਰਸਤੇ ਦੇ ਵਿੱਚ ਮੈਂ ਇਹਨੂੰ ਆਖਿਆ ਕਿ ਮੈਨੂੰ ਲੱਗ ਗਈ ਹੈ ਭੁੱਖ ਤੇ ਮੈਨੂੰ ਕੋਈ ਚੀਜ਼ ਖਵਾ ਇੱਥੋਂ ਕਿਧਰੋਂ ਲੈ ਕੇ ਨਾ। ਕਹਿੰਦਾ ਤੇਰੇ ਕੋਲ ਪੈਸੇ ਹੈ ਨੇ? ਮੈਂ ਕਿਹਾ ਮੇਰੇ ਕੋਲ ਡਾਲਰ ਨੇ। ਕਹਿੰਦਾ ਡਾਲਰ ਤੇ ਨਹੀਂ ਇੱਥੇ ਚੱਲਦੇ। ਮੈਂ ਇਸ ਤਰ੍ਹਾਂ ਕਰਨਾ ਵਾ ਕਿ ਮੈਂ ਤੈਨੂੰ ਨਾ ਪਹਿਲੇ ਡਾਲਰ ਤੁੜਵਾ ਕੇ ਦੇਣਾ। ਮੈਂ ਕਿਹਾ ਨਹੀਂ, ਡਾਲਰ ਪਤਾ ਨਹੀਂ ਕਦੋਂ ਟੁੱਟਣਗੇ, ਮੈਨੂੰ ਭੁੱਖ ਲੱਗੀ ਹੋਈ ਹੈ, ਤੂੰ ਪੈਸੇ ਦੇ ਤੇ ਮੈਂ ਤੈਨੂੰ ਪੈਸੇ ਦੇ ਦਿਆਂਗਾ। ਕਹਿੰਦਾ ਅੱਛਾ ਚਲੋ ਠੀਕ ਹੈ। ਤੇ ਮੈਂ ਇਹਨੂੰ ਕਿਹਾ ਕਿ ਤੂੰ ਵੀ ਖਾਣਾ ਖਾ ਲੈ, ਤੇਰੇ ਖਾਣੇ ਦੇ ਪੈਸੇ ਵੀ ਮੈਂ ਦੇ ਦਿਆਂਗਾ। ਬੜਾ ਖੁਸ਼ ਹੋ ਗਿਆ। ਉਹਨੇ ਆਪਣੀ ਮਰਜ਼ੀ ਤੇ ਖਾਣਾ ਖਾਧਾ। ਇਹ ਲੱਗਦਾ ਇਹਨੂੰ ਖਾਣਾ ਵਾਵਾ ਪਸੰਦ ਸੀ, ਬੜਾ ਖੁਸ਼ ਹੋ ਕੇ ਉਹਨੇ ਖਾਧਾ। ਮੈਂ ਜਿਹੜਾ ਕਿ ਇੱਕ ਬਰਗਰ ਲਿਆ ਲੇਕਿਨ ਬਰਗਰ ਮੈਨੂੰ ਪਸੰਦ ਨਹੀਂ ਆਇਆ, ਉਹ ਵੀ ਮੈਂ ਇਹਨੂੰ ਦੇ ਦਿੱਤਾ। ਇਹ ਪੈਟੀ ਜਿਹੀ ਆਇਆ ਸੀ, ਇਹਦੇ ਨਾਲ ਖਾ ਕੇ ਮੈਂ ਗੁਜ਼ਾਰਾ ਕੀਤਾ। ਸ੍ਰੀਲੰਕਾ ਦਾ ਟ੍ਰਾਂਜ਼ਿਟ ਤੇ ਫ੍ਰੀ ਸੀ ਲੇਕਿਨ ਇਹ 72 ਘੰਟੇ ਪਹਿਲੇ ਅਪਲਾਈ ਕਰਨਾ ਪੈਂਦਾ ਹੈ। ਕੁਝ ਪਾਕਿਸਤਾਨੀ ਭਰਾ ਜਿਹੜੇ ਨੇ ਉੱਥੇ ਏਅਰਪੋਰਟ ਤੇ ਲੈਂਡ ਕਰਨ ਤੋਂ ਬਾਅਦ ਇਜਾਜ਼ਤ ਉਹਨਾਂ ਨੂੰ ਮਿਲਦੀ ਨਹੀਂ ਤੇ ਉਹ ਫਿਰ 21 ਘੰਟੇ ਏਅਰਪੋਰਟ ਤੇ ਹੀ ਜ਼ਲੀਲ ਹੁੰਦੇ ਨੇ। ਉਹਨਾਂ ਨੂੰ ਅੰਦਰ ਹੀ ਸੌਣਾ ਪੈਂਦਾ ਹੈ, ਅੰਦਰ ਹੀ ਮਹਿੰਗੇ ਮਹਿੰਗੇ ਖਾਣੇ ਖਾਣੇ ਪੈਂਦੇ ਨੇ। ਇਹ ਹੋਟਲ ਹੁਣ ਮੈਂ ਸਿਰਫ $10 ਦੇ ਵਿੱਚ ਬੁੱਕ ਕੀਤਾ ਹੈ। ਕਮਰਾ ਬੜਾ ਸਾਫ਼ ਸੁਥਰਾ, ਵਾਸ਼ਰੂਮ ਸੀ, ਸਾਫ਼ ਸੁਥਰਾ ਕਮਰਾ ਸੀ। ਮੇਰਾ ਬੜਾ ਅੱਛਾ ਐਕਸਪੀਰੀਅੰਸ ये ਰਿਹਾ। चाचा बड़ा चुगली है। शंकर बिहारी, ललित शंकर, my friend from Sri Lanka। ਇਹ ਰਿਕਸ਼ਾ ਡਰਾਈਵਰ ਜਿਹੜਾ ਮੈਨੂੰ ਸੁਬਾਹ ਸੁਬਾਹ ਮੇਰੇ ਰੂਮ ਤੋਂ ਮੈਨੂੰ ਲੈਣ ਆ ਗਿਆ ਤੇ ਇਹਦੇ ਨਾਲ ਇਹ ਡੀਲ ਹੋਈ ਹੈ ਕਿ ਤੂੰ ਸਾਰਾ ਦਿਨ ਮੈਨੂੰ ਫਿਰਾਣਾ ਹੈ ਤੇ ਸ਼ਾਮ ਨੂੰ ਮੈਨੂੰ ਤੂੰ 4-5 ਘੰਟੇ ਪਹਿਲੇ ਫਲਾਈਟ ਤੋਂ ਏਅਰਪੋਰਟ ਛੱਡ ਆਣਾ ਹੈ। ਕਹਿੰਦਾ ਠੀਕ ਹੈ। ਇਹ ਦੋ ਲੜਕੇ ਜਿਹੜੇ ਨੇ ਬਹੁਤ ਅੱਛੇ ਲੜਕੇ ਸਨ। ਇਹ ਮੈਨੂੰ ਬਹੁਤ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਵੈਲਕਮ ਕਰ ਰਹੇ ਸਨ ਤੇ ਮੈਨੂੰ ਪੁੱਛ ਰਹੇ ਸਨ ਕਿ ਤੂੰ ਇੰਡੀਆ ਤੋਂ ਹੈ? ਮੈਂ ਕਿਹਾ ਨਹੀਂ, ਮੈਂ ਪਾਕਿਸਤਾਨ ਤੋਂ ਹਾਂ। ਇੱਕ ਚੀਜ਼ ਮੈਂ ਨੋਟ ਕੀਤੀ, ਇਹਨਾਂ ਲੋਕਾਂ ਦੇ ਵਿੱਚ ਇਖਲਾਕਿਆਤ ਵੀ ਕਾਫੀ ਨੇ। ਜਾਂਦੇ ਮੈਨੂੰ ਖੁਦਾ ਹਾਫਿਜ਼ ਵੀ ਕਰਕੇ ਗਏ ਨੇ। ਮੈਨੂੰ ਪਤਾ ਲੱਗਾ ਹੈ ਕਿ ਇੱਥੇ ਲਿਟਰੇਸੀ ਰੇਟ ਵੀ ਕਾਫੀ ਅੱਛਾ ਹੈ, ਯਾਨੀ ਕਿ ਬਹੁਤ ਹੀ ਅੱਛਾ ਹੈ। ਜ਼ਿਆਦਾਤਰ ਲੋਕ ਜਿਹੜੇ ਨੇ ਉਹ ਪੜ੍ਹੇ ਲਿਖੇ ਹੀ ਨੇ, ਜਾਂ ਕਮ ਸੇ ਕਮ ਇੰਨਾ ਪੜ੍ਹੇ ਲਿਖੇ ਨੇ ਕਿ ਅੱਛੇ ਤਰੀਕੇ ਦੇ ਨਾਲ ਗੱਲਬਾਤ ਕਰ ਸਕਦੇ ਨੇ, ਆਪਣਾ ਨਾਂ ਪਤਾ ਲਿਖ ਸਕਦੇ ਨੇ। ਪੈਟਰੋਲ ਅਸੀਂ ਪਵਾ ਲਿਆ, ਹੁਣ ਅਸੀਂ ਫਿਰਨਾ ਹੈ ਤੇ ਰਸਤੇ ਦੇ ਵਿੱਚ ਡਰਾਈਵਰ ਸਾਹਿਬ ਜਿਹੜੇ ਨੇ ਮੈਨੂੰ 3-4 ਵਾਰੀ ਆਖ ਚੁੱਕੇ ਨੇ ਕਿ ਤੈਨੂੰ ਮੈਂ ਕਿਧਰੇ ਕਲੱਬ ਲੈ ਕੇ ਜਾਣਾ, ਬੜਾ ਮੋਲ ਸ਼ੋਲ ਹੋਏਗਾ, ਬੜਾ ਇਹ ਵੋ। ਮੈਂ ਕਿਹਾ ਯਾਰ ਤੂੰ ਕਿਉਂ ਮੈਨੂੰ ਘਰੋਂ ਕਢਾਣਾ? ਮੈਂ ਸ਼ਾਦੀशुदा ਵਾਂ, ਮੇਰੀ ਬੀਵੀ ਜਿਹੜੀ ਹੈ ਮੇਰੇ ਨਾਲ ਬੜਾ ਪਿਆਰ ਕਰਦੀ ਹੈ। ਤੇ ਨਾਲ ਹੀ ਇਹਨੇ ਗੱਲ ਬਦਲ ਦਿੱਤੀ। ਕਹਿੰਦਾ ਚਲੋ ਅੱਛਾ ਅੱਛਾ ਤੁਸੀਂ ਮੈਰਿਡ ਹੋ, ਠੀਕ ਹੈ, ਤੂੰ ਆਪਣੀ ਬੀਵੀ ਦੇ ਨਾਲ ਆਵੀਂ ਤੇ ਤੈਨੂੰ ਮੈਂ ਪੂਰਾ ਸ੍ਰੀਲੰਕਾ ਆਪਣੇ ਟੁਕ ਟੁਕ ਰਿਕਸ਼ੇ ਤੇ ਘੁਮਾਵਾਂਗਾ। Your wife? Hi. To come in my house next time. Okay. ਮੈਂ ਗੂਗਲ ਮੈਪ ਤੇ ਵੇਖਿਆ ਕਿ ਬੀਚ ਕਾਫੀ ਨਜ਼ਦੀਕ ਹੈ। ਚਾਚੇ ਨੂੰ ਮੈਂ ਕਿਹਾ ਮੈਨੂੰ ਬੀਚ ਤੇ ਲੈ ਜਾ। ਇਹ ਬੀਚ ਜਾਣ ਦੀ ਬਜਾਏ ਨਾ ਰਸਤੇ ਵਿੱਚ ਗਲੀਆਂ ਦੇ ਵਿੱਚ ਇਹਨੇ ਰਿਕਸ਼ਾ ਪਾ ਲਿਆ। ਮੈਂ ਡਰ ਗਿਆ, ਮੈਂ ਕਿਹਾ ਪਤਾ ਨਹੀਂ ਮੈਨੂੰ ਕਿੱਥੇ ਲੈ ਕੇ ਜਾ ਰਿਹਾ। ਥੋੜੀ ਦੇਰ ਬਾਅਦ ਕਹਿੰਦਾ ਇਹ ਮੇਰਾ ਘਰ ਹੈ ਤੇ ਉਹ ਮੇਰੀ ਵਾਈਫ ਹੈ, ਉਹ ਆ ਰਹੀ ਨੇ। ਆਪਣੀ ਵਾਈਫ ਨੂੰ ਆਵਾਜ਼ ਦਿੱਤੀ। ਵਾਈਫ ਨਾਲ ਮੈਂ ਹੈਲੋ ਹਾਈ ਕੀਤੀ। ਮੈਂ ਪੁੱਛਿਆ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ? ਕਹਿੰਦੀ ਬਿਲਕੁਲ ਥੋੜੀ ਥੋੜੀ ਸਮਝ ਆਉਂਦੀ ਹੈ। ਫਿਰ ਇਹਨੇ ਆਪਣੇ ਬੱਚਿਆਂ ਨੂੰ ਵੀ ਆਵਾਜ਼ ਦਿੱਤੀ ਲੇਕਿਨ ਉਹ ਲੱਗਦਾ ਹੈ ਅੰਦਰ ਕਿਧਰੇ ਸਨ, ਉਹਨਾਂ ਨੂੰ ਆਵਾਜ਼ ਨਹੀਂ ਗਈ। ਤੇ ਮੈਂ ਕਿਹਾ ਚੱਲ ਠੀਕ ਹੈ, ਅਸੀਂ ਬੀਚ ਤੇ ਚੱਲਨੇ ਹਾਂ, ਵਾਪਸੀ ਤੇ ਮਿਲਾਂਗਾ ਤੇਰੀ ਫੈਮਿਲੀ ਦੇ ਨਾਲ। ਮੈਨੂੰ ਕਹਿ ਰਹੇ ਸੀ ਕਿ ਚੱਲ ਅੰਦਰ, ਮੈਂ ਤੈਨੂੰ ਆਪਣੀ ਫੈਮਿਲੀ ਨਾਲ ਮਿਲਾਨਾ ਵਾ। ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਤੇਰੀ ਮੈਂ ਘਰ ਵਾਲੀ ਦੀ ਥੋੜੀ ਜਿਹੀ ਵੀਡੀਓ ਬਣਾਈ ਹੈ ਤੇ ਤੈਨੂੰ ਕੋਈ ਇਤਰਾਜ਼ ਤੇ ਨਹੀਂ? ਕਹਿੰਦਾ ਨਹੀਂ, ਤੂੰ ਮੇਰਾ ਭਰਾ ਹੈ, ਕੋਈ ਮਸਲਾ ਨਹੀਂ। ਕਹਿੰਦਾ ਯੂ ਆਰ ਮਾਈ ਬ੍ਰਦਰ। ਮੈਂ ਕਿਹਾ ਚਲੋ ਅੱਛਾ ਹੋ ਗਿਆ। ਠੀਕ ਹੈ, ਲੋਕ ਬਹੁਤ ਹੀ ਜ਼ਿਆਦਾ ਨਾ ਆਰਾਮ ਸਕੂਨ ਨਾਲ ਟ੍ਰੈਫਿਕ ਚਲਾ ਰਹੇ ਨੇ। ਕੋਈ ਸ਼ੋਰ ਨਹੀਂ ਕਰ ਰਿਹਾ, ਕੋਈ ਹੌਰਨ ਵਗੈਰਾ ਨਹੀਂ ਦੇ ਰਿਹਾ। ਜਿਵੇਂ ਗੱਡੀ ਗੁਜ਼ਰ ਰਹੀ ਹੈ, ਗੱਡੀ ਆਪੇ ਖਲੋ ਗਈ ਹੈ। ਚਾਚਾ ਜਿਹੜਾ ਉਹ ਆਪਣਾ ਤੁੰਨ ਕੇ ਰੱਖਿਆ ਉਹਨੇ ਰਕਸ਼ਾ, ਕੋਈ ਉਹਨੂੰ ਟੈਨਸ਼ਨ ਹੀ ਕੋਈ ਨਹੀਂ। ਇੰਨੀ ਸਲੋ ਚਲਾ ਰਿਹਾ, ਬਾਜ਼ ਕਰ ਪਿੱਛੇ ਗੱਡੀ ਆ ਜਾਂਦੀ ਹੈ, ਨਾਲ ਲੱਗੀ ਰਹਿੰਦੀ ਹੈ ਲੇਕਿਨ ਚਾਚਾ ਟੈਨਸ਼ਨ ਨਹੀਂ ਲੈਂਦਾ, ਨਾ ਪਿੱਛੇ ਕਰਦਾ ਰਕਸ਼ਾ ਨਾ ਕੁਛ। ਮੈਂ ਇਹਨੂੰ 2-3 ਦਫਾ ਕਿਹਾ ਰਕਸ਼ਾ ਥੋੜਾ ਜਿਹਾ ਅੱਗੇ ਪਿੱਛੇ ਕਰ, ਪਿੱਛੇ ਗੱਡੀ ਆ ਰਹੀ ਹੈ। ਲੇਕਿਨ ਇਹ ਕਿ ਇਖਲਾਕਿਆਤ ਹੈ ਨਹੀਂ ਕਿ ਇਹ ਹੌਰਨ ਵਗੈਰਾ ਨਹੀਂ ਦਿੰਦੇ ਇੱਕ ਦੂਜੇ ਨੂੰ। ਇਹ ਚੀਜ਼ ਮੈਂ ਬਹੁਤ ਜ਼ਿਆਦਾ ਨੋਟ ਕੀਤੀ ਇੱਥੇ। ਮੈਂ ਚਾਚੇ ਨੂੰ ਆਖਿਆ ਸੀ ਕਿ ਕੋਈ ਰਸਤੇ 'ਚ ਮਸਜਿਦ ਵਗੈਰਾ ਆਈ ਤੇ ਮੈਨੂੰ ਦੱਸੀ। ਇਹਨੇ ਕਿਹਾ ਇਹ ਮਸਜਿਦ ਆ ਗਈ ਹੈ, ਇਹ ਇਸ ਏਰੀਆ ਦੀ ਸਭ ਤੋਂ ਵੱਡੀ ਮਸਜਿਦ ਹੈ ਮੁਸਲਮਾਨਾਂ ਵਾਸਤੇ ਤੇ ਇਸ ਏਰੀਆ ਦੇ ਵਿੱਚ ਕਾਫੀ ਮੁਸਲਮਾਨ ਰਹਿੰਦੇ ਨੇ। ਇਹ ਮਸਜਿਦ ਵੇਖ ਕੇ ਮੈਨੂੰ ਬਹੁਤ ਅੱਛਾ ਲੱਗਾ ਤੇ ਇਹ ਮਸਜਿਦ ਦੀ ਖੂਬਸੂਰਤੀ ਵੇਖ ਕੇ ਲੱਗਾ ਕਿ ਇੱਥੇ ਕਾਫੀ ਮੁਸਲਮਾਨ ਆਬਾਦ ਨੇ, ਕਾਫੀ ਵੱਡੀ ਮਸਜਿਦ ਹੈ। ਮੇਰੇ ਮੋਬਾਈਲ ਦੀ ਬੈਟਰੀ ਲੋ ਹੋਣ ਦੀ ਵਜ੍ਹਾ ਤੋਂ ਮੈਂ ਬੀਚ ਤੇ ਇੰਨੀਆਂ ਵੀਡੀਓਜ਼ ਨਹੀਂ ਬਣਾ ਪਾਇਆ, 2-4 ਤਸਵੀਰਾਂ ਹੀ ਲਈਆਂ। ਵਾਪਸੀ ਤੇ ਲਲਿਤ ਜਿਹੜਾ ਨਾ ਮੈਨੂੰ ਆਪਣੇ ਘਰ ਲੈ ਆਇਆ, ਕਹਿੰਦਾ ਕਿ ਮੈਂ ਤੈਨੂੰ ਆਪਣੀ ਫੈਮਿਲੀ ਦੇ ਨਾਲ ਮਿਲਾਣਾ ਵਾ। ਇੱਥੇ ਇੱਕ ਦਿਲਚਸਪ ਗੱਲ ਇਹ ਵੇ ਕਿ ਇਹਦੀ ਜਿਹੜੀ ਵੱਡੀ ਬੇਟੀ ਹੈ ਨਾ, ਉਹ ਸਟੂਡੈਂਟ ਵੀਜ਼ੇ ਤੇ ਜਾਪਾਨ ਜਾਣ ਦੀ ਤਿਆਰੀ ਕਰ ਰਹੀ ਹੈ। ਇਸ ਵਜ੍ਹਾ ਤੋਂ ਇਹਦੀ ਖੁਆਇਸ਼ ਹੈ ਕਿ ਮੈਂ ਇਹਦੀ ਬੇਟੀ ਨੂੰ ਮਿਲਾਂ, ਉਹਨੂੰ ਕੋਈ ਗਾਈਡ ਵਗੈਰਾ ਕਰ ਦਿਆਂ ਅਗਰ ਹੋ ਸਕਦਾ ਹੈ ਤੇ। ਇਹ ਮੈਨੂੰ ਆਪਣੇ ਘਰ ਅੰਦਰ ਲੈ ਕੇ ਆਇਆ।
ਜ਼ਿੰਦਗੀ 'ਚ ਮੈਨੂੰ ਪਹਿਲੀ ਦਫਾ ਪਤਾ ਲੱਗਾ ਕਿ ਸ੍ਰੀਲੰਕਨ ਜਿਹੜੇ ਨੇ ਉਹ ਆਪਣੇ ਘਰ ਦੇ ਵਿੱਚ ਜੁੱਤੀਆਂ ਨਹੀਂ ਲੈ ਕੇ ਆਉਂਦੇ। ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਹੋਈ। ਇਹਨੇ ਮੈਨੂੰ ਜ਼ਬਰਦਸਤੀ ਕਿਹਾ ਕਿ ਤੂੰ ਜੁੱਤੀਆਂ ਨਹੀਂ ਲਾਣੀਆਂ, ਤੂੰ ਜੁੱਤੀਆਂ ਸਮੇਤ ਆਣਾ ਹੈ। ਛੋਟੀ ਜਿਹੀ ਇੱਕ ਵੀਡੀਓ ਕਲਿੱਪ ਦੇ ਵਿੱਚ ਮੈਨੂੰ ਕਾਫੀ ਲੋਕਾਂ ਨੇ ਲਾਹਨ-ਤਾਨ ਕੀਤੀ ਕਿ ਤੂੰ ਕਿਉਂ ਨਹੀਂ ਜੁੱਤੀਆਂ ਲਾ ਕੇ ਗਿਆ, ਕਿ ਵੱਲਾ ਮੈਨੂੰ ਪਤਾ ਹੀ ਨਹੀਂ ਸੀ ਕਿ ਇਹਨੇ ਮੈਨੂੰ ਜੁੱਤੀਆਂ ਲਾਹਣ ਹੀ ਨਹੀਂ ਦਿੱਤੀਆਂ। ਲੇਕਿਨ ਅਗਰ ਮੈਨੂੰ ਕਾਸ਼ ਪਤਾ ਹੁੰਦਾ ਤਾਂ ਮੈਂ ਜੁੱਤੀਆਂ ਜ਼ਰੂਰ ਬਾਹਰ ਲਾ ਕੇ ਆਉਂਦਾ। ਇਹਨੇ ਆਪਣੀ ਬੇਟੀ ਦੇ ਨਾਲ ਮੈਨੂੰ ਮਿਲਾਇਆ, ਉਹ ਕਾਫੀ ਸ਼ਰਮੀਲੀ ਸੀ, ਪਹਿਲੇ ਉਹ ਆ ਨਹੀਂ ਸੀ ਰਹੀ ਬਾਹਰ, ਅਤੇ ਉਸ ਤੋਂ ਬਾਅਦ ਜਦੋਂ ਉਹ ਸਾਹਮਣੇ ਆਈ ਨਾ, ਤਾਂ ਮੇਰੀ ਹਿੰਮਤ ਨਹੀਂ ਪਈ, ਮੈਂ ਕੈਮਰਾ ਜਿਹੜਾ ਨਾ ਥੱਲੇ ਕਰ ਲਿਆ ਅਤੇ ਉਹਦੀ ਬੇਟੀ ਦੇ ਨਾਲ ਥੋੜ੍ਹੀ ਬਹੁਤ ਗੱਲਬਾਤ ਕੀਤੀ, ਅਤੇ ਉਹ ਕਾਫੀ ਅੱਛੀ ਜਾਪਾਨੀ ਬੋਲ ਰਹੀ ਸੀ, ਸਿੱਖ ਰਹੀ ਸੀ ਜਾਪਾਨੀ ਨਾ। ਲਲਿਤ ਮੈਨੂੰ ਇੱਕ ਚਰਚ ਦੇ ਵਿੱਚ ਲੈ ਗਿਆ। ਇਹ ਚਰਚ ਕਾਫੀ ਮਸ਼ਹੂਰ ਹੈ। ਇੱਥੇ ਕਾਫੀ ਕ੍ਰਿਸਚਨ ਲੋਕ ਆਉਂਦੇ ਨੇ, ਇਬਾਦਤ ਵਗੈਰਾ ਕਰਦੇ ਨੇ। ਕੁਝ ਸਾਲਾਂ ਪਹਿਲੇ ਇੱਥੇ ਇੱਕ ਬਹੁਤ ਵੱਡਾ ਬੰਬ ਧਮਾਕਾ ਹੋਇਆ ਸੀ, ਯਾਨੀ ਕਿ ਖੁਦਕੁਸ਼ ਹਮਲਾਵਰ ਨੇ ਆਪਣੇ ਆਪ ਨੂੰ ਬਹੁਤ ਵੱਡਾ ਬਲਾਸਟ ਕੀਤਾ ਸੀ, ਜਿਹਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੀ ਜਾਨ ਗਈ ਸੀ। ਪਾਕਿਸਤਾਨ ਵੀ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ਿਕਾਰ ਰਹਿ ਚੁੱਕਿਆ ਹੈ, ਅਤੇ ਜਦੋਂ ਵੀ ਇਹੋ ਜਿਹੀ ਗੱਲ ਸੁਣਨ ਨੂੰ ਮਿਲਦੀ ਬਹੁਤ ਦੁੱਖ ਹੁੰਦਾ ਹੈ। ਮੈਂ ਬੈਗ ਵੀ ਪਾਇਆ ਹੋਇਆ ਸਾਰਾ ਕੁਝ, ਬਾਹਰ ਫੌਜੀ ਖੜ੍ਹੇ ਸਨ, ਲੇਕਿਨ ਇਹ ਲੋਕਲ ਦੀ ਵਜ੍ਹਾ ਤੋਂ ਮੈਨੂੰ ਉਹਨਾਂ ਨੇ ਇੰਨਾ ਜ਼ਿਆਦਾ ਜਿਹੜਾ ਕਿ ਉਹ ਚੈੱਕ ਨਹੀਂ ਕੀਤਾ ਅਤੇ ਮੈਨੂੰ ਅੰਦਰ ਆਉਣ ਦਿੱਤਾ ਹੈ। ਇਹ ਮੈਨੂੰ ਦੱਸ ਰਿਹਾ ਹੈ ਕਿ ਇਹ ਫਰਸ਼ ਹੈ ਉਹਨਾਂ ਨੇ ਨਾ ਖੁੱਲ੍ਹਾ ਛੱਡ ਦਿੱਤਾ, ਇਹਦੇ ਉੱਤੇ ਸ਼ੀਸ਼ਾ ਲਾ ਦਿੱਤਾ ਹੈ। ਇਹ ਇੱਕ ਨਿਸ਼ਾਨੀ ਹੈ, ਜਦੋਂ ਉਹਨੇ ਬੰਬ ਧਮਾਕਾ ਕੀਤਾ ਸੀ ਇੱਥੇ ਖਲੋ ਕੇ ਕੀਤਾ ਸੀ, ਅਤੇ ਇਹ ਜਗ੍ਹਾ ਉਹਨਾਂ ਨੇ ਇਬਰਤ ਦੇ ਨਿਸ਼ਾਨ ਵਾਸਤੇ ਜਿਹੜਾ ਨਾ ਇੰਝ ਛੱਡ ਦਿੱਤੀ ਹੈ। ਮੈਂ ਤਾਂ ਸੋਚ ਕੇ ਜਿਹੜਾ ਨਾ ਕਿ ਮੇਰਾ ਦਿਲ ਕੰਬ ਜਾਂਦਾ ਹੈ ਕਿ ਉੱਤੋਂ ਛੱਤ ਵੀ ਡਿੱਗ ਗਈ ਸੀ। ਇਹ ਜਿੰਨੀ ਵੀ ਜਿਹੜੀ ਛੱਤ ਹੈ ਨਾ, ਦੁਬਾਰਾ ਇਹਨਾਂ ਨੇ ਇਹ ਤਰਪਾਲ ਨੁਮਾ ਜਾਂ ਕੋਈ ਇਸ ਤਰ੍ਹਾਂ ਦੀ ਡਿਸਪੋਜ਼ੀਬਲ ਛੱਤ ਲਾਈ ਹੋਈ ਹੈ ਫਿਲਹਾਲ ਨਾ। ਅਤੇ ਇੱਥੇ ਦੀਵਾਰਾਂ ਦੇ ਉੱਤੇ ਕਈ ਜਗ੍ਹਾ 'ਤੇ ਖੂਨ ਦੇ ਛਿੱਟੇ ਵੀ ਨੇ, ਉਹ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਕੈਦ ਕਰ ਦਿੱਤੇ ਨੇ। ਉਹਨੇ ਉਸ ਬੰਦੇ ਨੇ ਆਪਣੇ ਬੋਡੀ ਦੇ ਨਾਲ ਬਹੁਤ ਜ਼ਿਆਦਾ ਬੈਰੰਗ, ਛੋਟੇ ਛੋਟੇ ਲੋਹੇ ਦੇ ਗੇਂਦ ਜਿਹੜੇ ਨੁਮਾ ਚੀਜ਼ ਨੇ, ਬੈਰੰਗ ਦੇ ਵਿੱਚ ਛੋਟੀਆਂ ਛੋਟੀਆਂ ਲੋਹੇ ਦੀਆਂ ਗੋਲੀਆਂ ਹੁੰਦੀਆਂ ਨੇ, ਉਹ ਪਾਈਆਂ ਹੋਈਆਂ ਸਨ। ਇਹ ਵੇਖ ਕੇ ਮੈਨੂੰ ਫਲਸਤੀਨ ਦੀ ਵੀ ਯਾਦ ਆ ਗਈ ਹੈ, ਅਤੇ ਮੈਂ ਕਿਹਾ ਯਾਰ ਅੱਲਾਹ ਤਾਲਾ ਜਿੱਥੇ ਵੀ ਇਸ ਤਰ੍ਹਾਂ ਜੰਗ ਦਾ ਮਾਹੌਲ ਹੈ, ਸਾਰਾ ਲੋਕਾਂ ਦੀ ਜਾਨ ਜਾ ਰਹੀ ਹੈ, ਜੋ ਵੀ ਉਹ ਮੁਸਲਮਾਨ ਨੇ, ਕ੍ਰਿਸਚਨ ਨੇ, ਜਿਹੜੇ ਜੋ ਵੀ ਨੇ, ਅੱਲਾਹ ਤਾਲਾ ਸਭ ਨੂੰ ਮਹਿਫੂਜ਼ ਰੱਖੇ। ਇਨਸਾਨੀਅਤ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ। ਇਨਸਾਨੀਅਤ ਤੁਹਾਡੇ 'ਚ ਨਹੀਂ ਹੋਏਗੀ ਤੇ ਤੁਸੀਂ ਕੀ ਮਜ਼ਹਬ ਨੂੰ ਫਾਲੋ ਕਰੋਗੇ? ਕੋਈ ਵੀ ਮਜ਼ਹਬ ਹੈ, ਤੇ ਸਾਡਾ ਆਪਣਾ ਮਜ਼ਹਬ ਹੈ ਜਿਹੜਾ ਉਹ ਤਮਾਮ ਮਜ਼ਾਹਿਬ ਦੀ ਜਿਹੜਾ ਕਿ ਰਿਸਪੈਕਟ ਕਰਨ ਦੀ ਤਾਲੀਮ ਦਿੰਦਾ ਹੈ। ਅਗਰ ਕੋਈ ਕ੍ਰਿਸਚਨ ਇਹਨਾਂ ਤੁਹਾਨੂੰ ਵੈਲਕਮ ਕਰਦਾ ਹੈ, ਜਾਂ ਕੋਈ ਵੀ ਕਿਸੇ ਰਿਲੀਜਨ ਦਾ ਬੰਦਾ ਆਪਣੀ ਇਬਾਦਤਗਾਹ 'ਚ ਤੁਹਾਨੂੰ ਇਸ ਤਰ੍ਹਾਂ ਵੈਲਕਮ ਕਰਦਾ ਹੈ, ਤੇ ਵੱਲਾ ਮੈਨੂੰ ਤਾਂ ਨਹੀਂ ਲੱਗਦਾ ਕਿ ਮੈਨੂੰ ਅੱਜ ਤੱਕ ਕਦੀ ਕ੍ਰਿਸਚਨ ਨੇ ਕਿਸੇ ਨੇ ਇਨਵਾਈਟ ਕੀਤਾ ਹੋਵੇ ਤੇ ਉਹਦਾ ਦਿਲ ਹੋਵੇ ਕਿ ਮੈਂ ਕਨਵਰਜਨ ਨਾਲ ਆਵਾਂ। ਨਾ ਹੀ ਮੇਰਾ ਇੰਨਾ ਕਮਜ਼ੋਰ ਈਮਾਨ ਹੋਣਾ ਚਾਹੀਦਾ ਹੈ। ਲੇਕਿਨ ਮੁਸਲਮਾਨ ਜਿਹੜੇ ਨੇ ਉਹ ਬਹੁਤ ਜਜ਼ਬਾਤੀ ਨੇ ਆਪਣੇ ਸਾਈਡ ਦੇ ਖਾਸ ਤੌਰ 'ਤੇ, ਕਿਉਂਕਿ ਜਿਹੜੇ ਮਾਸ਼ਰ 'ਚ ਮੈਂ ਉਹਦੀ ਗੱਲ ਕਰਨਾ, ਦੂਸਰੇ ਮੁਲਕਾਂ ਦੇ ਮੁਸਲਮਾਨਾਂ ਦਾ ਮੈਨੂੰ ਅੰਦਾਜ਼ਾ ਨਹੀਂ ਕਿ ਇਹ ਹੀ ਬਸ ਕਲਮਾ ਅਗਲੇ ਨੂੰ ਪੜ੍ਹਾ ਦਿਓ ਤੇ ਜੰਨਤ ਖਰੀਦ ਲਓ, ਬਾਕੀ ਬਸ ਉਹਨੂੰ ਕੁਝ ਨਹੀਂ ਸਮਝਾਉਣਾ, ਨਾ ਉਹਨੂੰ ਦੱਸਣਾ ਕੋਈ ਗੱਲ ਦੱਸਣੀ। ਤਾਂ ਤੁਸੀਂ ਅਕਸਰ ਮੈਨੂੰ ਪੁੱਛਦੇ ਹੋ ਮੇਰੀ ਵਾਈਫ ਮੁਸਲਮਾਨ ਹੈ ਕਿ ਨਹੀਂ? ਮੇਰੀ ਵਾਈਫ ਮੁਸਲਮਾਨ ਹੈ, ਤੇ ਬਸ ਆਪਣੀ ਗਿਰਬਾਨ ਚੱਕਣ ਦੀ ਜ਼ਰੂਰਤ ਹੈ ਕਿ ਅਸੀਂ ਕਿੰਨੇ ਕੁ ਮੁਸਲਮਾਨ ਹਾਂ। ਯੂ ਮਾਈ ਫਰੈਂਡ ਵੈਰੀ ਗੁੱਡ, ਨਾਈਸ ਟੂ ਸਪੈਂਡ ਟਾਈਮ ਵਿਦ ਯੂ। डिफॉल्ट मुल्क है, लेकिन इतने भी है बाइक्स ਜਿਹੜੀਆਂ ਨੇ, ਇੰਨੀਆਂ ਅੱਛੀਆਂ ਬਾਈਕਸ ਨੇ, ਸਕੂਟੀਆਂ, ਆਟੋਮੈਟਿਕ ਬਾਈਕਸ। ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਮੇਰੇ ਮੁਲਕ 'ਚ ਹਜੇ ਵੀ ਜਿਹੜਾ ਕਿ ਲੋਕਾਂ ਨੂੰ ਗੇਅਰਾਂ ਦਾ ਜ਼ਾਬ ਪਿਆ ਹੋਇਆ ਹੈ। ਹੁਣ ਇਸ ਗੱਲ ਦੇ ਵਿੱਚ ਮੈਂ ਕੋਈ ਪਾਕਿਸਤਾਨ ਦੀ ਬੁਰਾਈ ਤੇ ਨਹੀਂ ਕਰ ਰਿਹਾ, ਨਾਲ ਦੱਸ ਰਿਹਾ ਭਾਈ ਤੁਸੀਂ ਗਾਲਾਂ ਬੜੀਆਂ ਕੱਢਦੇ ਹੋ। ਇਹ ਕੋਈ ਪਾਕਿਸਤਾਨ 'ਚ ਬਾਈਕ ਨਹੀਂ ਹੋਣੀ ਚਾਹੀਦੀ, ਵਿੱਚ ਬੜੇ ਵੱਡੇ ਇੰਜੀਨੀਅਰ ਆ ਜਾਂਦੇ ਕਹਿੰਦੇ ਨੇ ਬੇਕਾਰ ਨੇ ਬਾਈਕਾਂ, ਗੇਅਰ ਬੜੇ ਨੇ। ਕੁਛ ਹੱਦ ਤੱਕ ਗੱਲ ਠੀਕ ਹੈ, ਜਿਨ੍ਹਾਂ ਨੇ 5 ਬੰਦੇ ਕਾਨੂੰਨ ਦੀ ਖਿਲਾਫਵਰਜ਼ੀ ਕਰਨੀ ਹੈ ਬਾਣੇ ਨੇ, ਉਹਨਾਂ ਵਾਸਤੇ ਗੇਅਰ ਵਾਲੀ ਬਾਈਕਾਂ ਹੀ ਕਾਰਡ ਕੱਢਣੀਆਂ। ਗੱਲ ਇਹ ਕਿ ਤੁਸੀਂ ਇਹ ਕਦੀ ਚਲਾਈ ਨਹੀਂ। ਜਿਹੜਾ ਬੰਦਾ ਇਹ ਚਲਾ ਕੇ ਆਖੇਗਾ ਨਾ ਕਿ ਗੇਅਰ ਵਾਲੀ ਬਾਈਕ ਸਹੀ ਹੁੰਦੀ, ਉਹਦੀ ਗੱਲ ਤੇ ਚਲੋ ਥੋੜਾ ਜਿਹਾ ਬੰਦਾ ਆਖਦਾ ਕਿ ਚਲੋ ਦਾਅਵੇ ਨਾਲ ਗੱਲ ਕਰ ਰਿਹਾ। ਨਾ ਤੁਸੀਂ ਕਦੀ ਚਲਾਈਏ, ਨਾ ਤੁਸੀਂ ਇਹਦਾ ਮਜ਼ਾ ਲਿਆ ਕਦੀ, ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਇਹ ਆਟੋਮੈਟਿਕ ਬਾਈਕਸ, ਸਕੂਟਰੀਆਂ ਜਿਹੜੀਆਂ ਨੇ ਅੱਛੀਆਂ ਨਹੀਂ ਹੁੰਦੀਆਂ? ਇਹ ਬਹੁਤ ਪਾਵਰਫੁਲ ਹੁੰਦੀਆਂ ਨੇ ਤੇ ਇਹਨਾਂ ਦੀ ਪੈਟਰੋਲ ਦੀ ਐਵਰੇਜ ਵੀ ਬਹੁਤ ਅੱਛੀ ਹੁੰਦੀ ਹੈ। ਬੱਸਾਂ ਵੇਖ ਕੇ ਮੈਨੂੰ ਤਾਮਿਲ ਫਿਲਮਾਂ ਯਾਦ ਆ ਜਾਂਦੀਆਂ ਨੇ, ਉਹ ਜਿਹੜੀਆਂ ਲੈਂਡ ਸੇਰੀ ਕੋਈ 30-35 ਬੱਸਾਂ ਉਡਾ ਦਿੰਦੇ ਨੇ ਧੜਮ। ਉਹ ਜੀ ਲਲਿਤ ਸਾਹਿਬ, ਤੁਹਾਡੇ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ। ਤੇ ਮੈਨੂੰ ਨਹੀਂ ਪਤਾ ਮੈਨੂੰ ਅੱਛੇ ਬੰਦੇ ਕਿਸ ਤਰ੍ਹਾਂ ਲੱਭ ਜਾਂਦੇ ਨੇ, ਮੈਨੂੰ ਨਹੀਂ ਇਸ ਚੀਜ਼ ਦਾ ਅੰਦਾਜ਼ਾ, ਲੇਕਿਨ ਮੈਨੂੰ 2-3 ਡਰਾਈਵਰ ਨਜ਼ਰ ਆਏ ਨੇ, ਮੇਰੇ ਕੋਲ ਆਏ ਨੇ, ਮੈਂ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ। ਇਹ ਬੰਦਾ ਮੇਰੇ ਸਾਹਮਣੇ ਆਇਆ, ਆਂਦੇ ਸਾਰੀ ਮੈਂ ਇਹਦੇ ਨਾਲ ਗੱਲ ਕੀਤੀ ਹੈ, ਮੈਨੂੰ ਇਹਦਾ ਵੀ ਨਹੀਂ ਸੀ ਪਤਾ, ਲੇਕਿਨ ਇੱਕ ਵਾਈਬ ਆਂਦੀ ਹੈ, ਠੀਕ ਹੈ, ਇਹ ਵੀ ਅੱਲਾ ਦੀ ਦੇਣ ਹੁੰਦੀ ਹੈ। ਤੇ ਮੈਂ ਕਿਹਾ ਚਲੋ ਚਲੀਏ, ਪੈਸਿਆਂ ਦੀ ਵੀ ਗੱਲ ਨਹੀਂ ਕੀਤੀ। ਮੈਨੂੰ 에ਅਰਪੋਰਟ ਇਹਨਾਂ ਨੇ ਉੱਥੇ ਛੱਡਿਆ ਹੋਟਲ ਰੂਮ 'ਚ। ਅਗਲੇ ਦਿਨ ਮੈਂ ਫਿਰ ਇਹਨਾਂ ਨੂੰ ਕਾਲ ਕੀਤੀ ਹੈ ਕਿ ਆ ਜਾਓ, ਮੈਨੂੰ ਲੈਂਡ ਤੇ ਘੁੰਮਣੇ ਫਿਰਨੇ ਆ। ਫਿਰ ਅੱਜ ਸਾਰਾ ਦਿਨ ਅਸੀਂ ਘੁੰਮੇ ਆ, ਤੇ ਹੁਣ ਮੈਨੂੰ ਫਾਈਨਲੀ ਲਾ ਕੇ ਜਾ ਰਹੇ ਨੇ। ਇਹ ਰਕਸ਼ਾ ਚਲਾ ਕੇ ਇਹਨਾਂ ਨੇ ਪੈਸੇ ਇਕੱਠੇ ਕੀਤੇ ਨੇ, ਤੇ ਇਹ ਆਪਣੀ ਬੇਟੀ ਨੂੰ ਜਾਪਾਨ ਭੇਜਣਾ ਚਾਹੁੰਦੇ ਨੇ, ਤੇ ਉਹਨੂੰ ਬਹੁਤ ਅੱਛੀ ਜਾਪਾਨੀ ਆਉਂਦੀ ਹੈ। 3 ਮਹੀਨੇ 'ਚ ਉਹਨੇ ਆਪਣੇ ਬਾਪ ਦੇ ਪੈਸੇ ਹਲਾਲ ਕੀਤੇ ਨੇ, ਠੀਕ ਹੈ, ਬੜੀ ਗੱਲ ਹੈ। ਤੇ ਸ਼ੁਰੂ 'ਚ ਉਹ ਥੋੜਾ ਜਿਹਾ ਸ਼ਰਮਾ ਰਹੀ ਸੀ, ਲੇਕਿਨ ਜਦੋਂ ਮੈਂ ਉਹਨੂੰ ਕੰਫਰਟੇਬਲ ਕੀਤਾ ਆਪਣੀਆਂ ਗੱਲਾਂ ਦੇ ਨਾਲ, ਮਤਲਬ ਉਹਨੂੰ ਮਤਲਬ ਹੈ ਕਿ ਮੋਟੀਵੇਟ ਕੀਤਾ ਕਿ ਜਾਪਾਨ ਇੱਕ ਬੜਾ ਅੱਛਾ ਕੰਟਰੀ ਹੈ ਤੇ ਤੂੰ ਆ। ਇਹਨਾਂ ਨੂੰ ਮੈਂ ਆਪਣਾ ਨੰਬਰ ਦਿੱਤਾ ਹੈ ਕਿ ਅਗਰ ਜਾਪਾਨ ਦੇ ਬਾਰੇ 'ਚ ਕੋਈ ਕਿਸੇ ਕਿਸਮ ਦੀ ਮਾਲੂਮਾਤ ਚਾਹੀਦੀ ਹੋਗੀ ਮੈਂ ਹਾਜ਼ਰ ਹਾਂ, ਠੀਕ ਹੈ। ਤੇ ਬਹੁਤ ਅੱਛੇ ਇਨਸਾਨ ਨੇ, ਤੇ ਇਨਸ਼ਾਅੱਲਾ ਜ਼ਿੰਦਗੀ ਵਿੱਚ ਦੁਬਾਰਾ ਮੁਲਾਕਾਤ। See you again, my brother, my little brother come. Yeah. He call you. Okay. Then. Yeah. You
take him to KFC and hotel, good place, beach. Okay. There is candy, double. No, little time because flight time little. Okay. हाँ जनेद ठीक है बंदा तेरे वास्ते मैं तैयार कर दिता है ये तेनू रिसीव कर लेगा my brother talking now my brother listening Okay. ਇਹ ਬੰਦਾ ਹੀ ਸ਼ਕਲ ਵੇਖ ਲੈ ਵੀ Okay. ਲਲਿਤ ਸ਼ੰਕਰ ਬਿਹਾਰੀ Yeah. ਵਾਜਪਾਈ Thank you. Thank you. ਓਕੇ ਬਾਏ ਬਾਏ Bye bye. ਬਾਏ ਬਾਏ ਮਲੇਸ਼ੀਆ ਵੀ ਮੈਂ ਗਿਆ ਵਾਂ ਇਸ ਤੋਂ ਪਹਿਲੇ ਉੱਥੇ ਵੀ ਮੇਰਾ ਦੋਸਤ ਸੀ ਅਮਰੀਕਾ ਮੈਂ ਗਿਆ ਵਾਂ ਉੱਥੇ ਮੇਰੇ ਫੁੱਫੋ ਸਨ ਇਹ ਪਹਿਲੀ ਦਫਾ ਮੈਂ ਜ਼ਿੰਦਗੀ ਦੇ ਵਿੱਚ ਇਕੱਲਾ ਕਿਸੇ ਮੁਲਕ 'ਚ ਬਾਹਰ ਨਿਕਲਿਆ ਉਹ ਵੀ ਕੋਈ ਇੰਨਾ ਡਿਵੈਲਪ ਕੰਟਰੀ ਨਹੀਂ ਸੀ ਤੇ ਮੈਂ ਬੜਾ ਡਰ ਰਿਹਾ ਸਾਂ ਲੇਕਿਨ ਜੇ ਤੁਸੀਂ ਨਿਕਲੋਗੇ ਨਹੀਂ ਘਰੋਂ ਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿਸੇ ਚੀਜ਼ ਦੇ ਬਾਰੇ 'ਚ ਇਸੇ ਤਰ੍ਹਾਂ ਅਸੀਂ ਪਾਕਿਸਤਾਨ ਬਹਿ ਕੇ ਹਰ ਚੀਜ਼ ਦੇ ਬਾਰੇ ਜੱਜ ਕਰਦੇ ਰਹਿੰਦੇ ਹਾਂ ਸੁਣੀਆਂ ਸੁਣਾਈਆਂ ਗੱਲਾਂ ਮੈਨੂੰ ਲੋਕੀ ਜਾਪਾਨ ਦੇ ਬਾਰੇ 'ਚ ਦੱਸ ਰਹੇ ਹੁੰਦੇ ਨੇ ਉਹ ਵੜ ਗਏ ਉੱਥੇ ਇੰਝ ਤੇ ਉੱਥੇ ਉਂਝ ਤੇ ਤੂੰ ਇੰਝ ਨਹੀਂ ਕਰ ਰਿਹਾ ਤੂੰ ਇੰਝ ਨਹੀਂ ਕਰ ਰਿਹਾ ਤੇ ਜਿਹੜਾ ਬੰਦਾ ਨਿਕਲ ਸਕਦਾ ਹੈ ਕੋਈ ਇੰਨੇ ਜ਼ਿਆਦਾ ਪੈਸੇ ਵੀ ਨਹੀਂ ਲੱਗਦੇ ਠੀਕ ਹੈ ਨਾ ਜਿਹੜੀ ਤੁਸੀਂ ਮੈਨੂੰ ਪੈਸਿਆਂ ਦੀ ਜੁਗਤਾਂ ਮਾਰਦੇ ਨਾ ਮੈਂ ਕੋਈ ਬਿਜ਼ਨਸਮੈਨ ਨਹੀਂ ਆ ਮੈਂ ਵੀ ਮਿਹਨਤ ਮਜ਼ਦੂਰੀ ਕਰਨਾ ਪੈਸੇ ਕਮਾਉਣਾ ਹਾਂ ਪਾਕਿਸਤਾਨ ਦੀ ਨਿਸਬਤ ਥੋੜੇ ਜ਼ਿਆਦਾ ਪੈਸੇ ਕਮਾਉਂਦਾ ਹੋਵਾਂਗਾ ਲੇਕਿਨ ਜਿਹੜੇ ਬਾਹਰ ਰਹਿੰਦੇ ਨੇ ਜਿਹੜੇ ਮੇਰੇ ਜਿੰਨੇ ਹੀ ਪੈਸੇ ਕਮਾਉਂਦੇ ਨੇ ਉਹ ਵੀ ਸਾਰੀ ਜ਼ਿੰਦਗੀ ਉੱਥੇ ਹੀ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਠੀਕ ਹੈ ਇਹਦਾ ਮਕਸਦ ਇਹ ਵੀ ਨਹੀਂ ਹੈ ਕਿ ਤੁਸੀਂ ਅਫੋਰਡ ਨਹੀਂ ਕਰ ਸਕਦੇ ਲੋਕ ਅਫੋਰਡ ਕਰ ਸਕਦੇ ਨੇ ਛੋਟਾ ਮੋਟਾ ਸਫ਼ਰ ਲੇਕਿਨ ਆਪਣੀ ਜਾਨ ਦੇ ਉੱਤੇ ਬਿਲਕੁਲ ਕਦੀ ਖਰਚਾ ਨਹੀਂ ਕਰਨਾ ਹੁੰਦਾ ਮੇਰਾ ਹੁਣ ਇਹ ਮਾਮੂਲ ਹੈ ਕਿ ਮੈਂ ਜਦੋਂ ਵੀ ਬੋਰ ਹੋ ਜਾਂਦਾ ਨਾ ਮੈਂ ਕਿਸੇ ਨਾ ਕਿਸੇ ਮੁਲਕ ਨਿਕਲ ਜਾਂਦਾ ਥੋੜ੍ਹੇ ਜਿਹੇ ਪੈਸੇ ਜਮ੍ਹਾਂ ਕਰਨਾ ਵਾ ਇੱਕ ਦੋ ਮੁਲਕ ਘੁੰਮ ਆਉਣਾ ਇਹਦੇ ਨਾਲ ਮੈਂ ਕਾਫੀ ਜ਼ਿਆਦਾ ਰਿਫਰੈਸ਼ ਹੋ ਜਾਣਾ ਅਤੇ ਮੈਨੂੰ ਲੋਕਾਂ ਦੇ ਨਾਲ ਨਵੇਂ ਲੋਕਾਂ ਦੇ ਨਾਲ ਮਿਲ ਕੇ ਕਾਫੀ ਅੱਛਾ ਲੱਗਦਾ ਨਵੀਂ ਦੁਨੀਆ ਵੇਖ ਕੇ ਕਾਫੀ ਅੱਛਾ ਲੱਗਦਾ ਆਪਣਾ ਖਿਆਲ ਰੱਖਣਾ ਅੱਲਾ ਹਾਫਿਜ਼